ਜੇ ਇਹ 21 ਸਿੰਘਾਂ ਦੀ ਗਾਥਾ ਕੋਈ ਦੱਸੂਗਾ ਨਹੀਂ, ਪੜ੍ਹਾਊਗਾ ਨਹੀਂ ਉਹ, ਤਾਂ ਫਿਰ ਕੌਣ ਦੱਸੂਗਾ ਸਾਡਾ ਇਤਿਹਾਸ ਕੀ ਸੀ? ਸਵਾਲ ਉਹਨਾਂ ਲੀਡਰਾਂ ਨੂੰ ਵੀ ਨੇ ਤੇ ਸਵਾਲ ਮਾਂ-ਬਾਪ ਨੂੰ ਵੀ ਨੇ ਕਿ ਤੁਸੀਂ ਆਪਦੇ ਬੱਚੇ ਨੂੰ ਦੱਸਿਆ ਵੀ ਸਾਡਾ ਇਤਿਹਾਸ ਕੀ ਸੀ? ਇਹ ਬਾਬਾ ਜੀ ਕਹਿੰਦੇ ਨੇ ਵੀ ਖੁਦ ਇਹਨਾਂ ਦੀ ਮਾਤਾ ਜੀ ਗੋਦੀ 'ਚ ਬਿਠਾ ਕੇ ਇਹਨਾਂ ਨੂੰ ਇਤਿਹਾਸ ਦੱਸਦੇ ਸੀ ਕਿ ਅੱਜ ਦੀ ਮਾਂ ਗੋਦੀ 'ਚ ਬਿਠਾ ਕੇ ਬੱਚੇ ਨੂੰ ਇਤਿਹਾਸ ਦੱਸਦੀ ਹੈ। ਇਹ ਸਭ ਤੋਂ ਅਹਿਮ ਸਵਾਲ ਹੈ। ਇਤਿਹਾਸ ਲੋਕਾਂ ਨੂੰ ਪਤਾ ਹੈ ਤਾਂ ਹੀ ਉੱਥੇ ਜਾ ਕੇ ਬੈਠੇ ਨੇ ਵੀ ਵਾਪਸ ਆਉਣ ਵਾਲੇ ਨਹੀਂ ਗਏ ਸੀ। ਤੇ ਕਾਸ਼ ਇਹ ਵੀ ਇਤਿਹਾਸ ਹਰ ਇੱਕ ਵਿਅਕਤੀ ਨੂੰ ਪਤਾ ਹੁੰਦਾ, ਹਰ ਇੱਕ ਦੁਨੀਆ ਦੇ ਵਿਅਕਤੀ ਨੂੰ ਪਤਾ ਹੁੰਦਾ। ਪਰ ਅੰਗਰੇਜ਼ ਤਾਂ ਪੜ੍ਹਾ ਰਹੇ ਨੇ, ਅੰਗਰੇਜ਼ਾਂ ਦੀ ਕਿਤਾਬਾਂ ਦੇ ਵਿੱਚ ਹੈਗਾ, ਪਰ ਸਾਡੀਆਂ ਕਿਤਾਬਾਂ ਵਿੱਚ ਨਹੀਂ ਹੈਗਾ। ਦੁਖਾਂਤ ਸਭ ਤੋਂ ਵੱਡਾ ਇਹੀ ਹੈ। ਕਈ ਵਾਰ ਰੋਣਾ ਇਸ ਕਰਕੇ ਇਮੋਸ਼ਨ ਹੋ ਕੇ ਲੋਕ ਰੋ ਲੈਂਦੇ ਨੇ ਕਿ ਵਿਚਾਰਾ ਵੀ ਅਨਮੈਰਿਡ ਸੀ, 23 ਸਾਲ ਦਾ ਮੁੰਡਾ ਵੇਖੋ ਸ਼ਹੀਦ ਹੋ ਗਿਆ। ਪਰ ਕੋਈ ਲੋਕ ਇਸ ਕਰਕੇ ਵੀ ਰੋਂਦੇ ਨੇ ਜਿਹੜੇ ਅੰਦਰੋਂ ਸੱਚੇ ਸੁੱਚੇ ਹੁੰਦੇ, ਉਹ ਇਸ ਕਰਕੇ ਰੋਂਦੇ ਕਿ ਅਸੀਂ ਕਿੰਨੇ ਬੇਵਕੂਫ ਹਾਂ, ਸਾਡੇ ਇੰਡੀਅਨ ਦੀ ਐਡੀ ਵੱਡੀ ਹਿਸਟਰੀ ਔਰ ਸਾਨੂੰ ਅਜੇ ਤੱਕ ਪਤਾ ਨਹੀਂ ਸੀ। ਔਰ ਕਦੇ ਕਦੇ ਕਈ ਲੋਕ ਇਸ ਦੇ ਬਾਰੇ ਥੋੜ੍ਹਾ ਜਿਹਾ ਹੈਰਾਨ ਵੀ ਹੁੰਦੇ ਨੇ ਕਿ ਇਸ ਦਾ ਕੋਈ ਪ੍ਰੂਫ ਹੈ ਕਿ ਵਾਕਿਆ ਹੀ ਹਜ਼ਾਰਾਂ ਨੇ ਦਾ ਮੁਕਾਬਲਾ 21 ਨੇ ਕੀਤਾ ਸੀ। ਉਸ ਵੇਲੇ ਹੌਲਦਾਰ ਈਸ਼ਰ ਸਿੰਘ ਜੀ ਨੇ ਜੋ ਲੈਕਚਰ ਕੀਤਾ ਸੀ ਆਪਣੇ ਜਵਾਨਾਂ ਨੂੰ, ਉਹਨਾਂ ਨੇ ਕਿਹਾ ਸੀ ਕਿ ਦੇਖੋ ਚਮਕੌਰ ਦੀ ਗੜੀ ਵਿੱਚ, ਹੌਲਦਾਰ ਈਸ਼ਰ ਸਿੰਘ ਕਹਿੰਦਾ ਚਮਕੌਰ ਦੀ ਗੜੀ ਵਿੱਚ ਸਾਡੇ ਗੁਰੂ ਨੇ ਸਾਨੂੰ ਇੱਕ ਪਾਠ ਪੜ੍ਹਾਇਆ ਸੀ। ਅੱਜ ਸਾਡਾ ਗੁਰੂਦਾਰ ਸਾਡੇ ਤੋਂ ਟੈਸਟ ਲੈਣ ਲੱਗਾ, ਇਮਤਿਹਾਨ ਲੈਣ ਲੱਗਾ ਤੇ ਆਪਾਂ ਫੇਲ ਨਹੀਂ ਹੋਣਾ। ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਨੂੰ ਅਫਗਾਨਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਉਸੇ ਗੁਰੂ ਦੇ ਸਿੱਖ ਹਾਂ। ਚਮਕੌਰ ਦੀ ਗੜੀ ਦੇ ਵਿੱਚ ਉਹਨੇ 10 ਲੱਖ ਦਾ ਮੁਕਾਬਲਾ ਕੀਤਾ ਸੀ 40 ਦੇ ਨਾਲ। ਅੱਜ ਅਸੀਂ ਉਹਦੇ ਗੁਰੂ ਦੇ ਸਿੱਖ, ਤੁਹਾਡਾ ਹਜ਼ਾਰਾਂ ਦਾ ਮੁਕਾਬਲਾ, 10,000 ਤੋਂ ਉੱਪਰ ਜੋ ਫੌਜ ਸੀ ਤੁਹਾਡਾ ਮੁਕਾਬਲਾ ਸੀ 21 ਹੀ ਕਰਾਂਗੇ। ਫਰਾਂਸ ਹੋ ਗਿਆ, ਇੰਗਲੈਂਡ ਹੋ ਗਿਆ, ਇਹਨਾਂ ਸਾਰੇ ਜੋ ਵੀ ਸਿੰਘ ਸ਼ਹੀਦ ਹੋਏ ਸੀ ਸਾਰਾ ਗੜੀ ਵਿੱਚ, ਉਹਨਾਂ ਦੀ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਅੰਗਰੇਜ਼ਾਂ ਨੂੰ। ਅੰਗਰੇਜ਼ਾਂ ਦੇ ਬੱਚੇ ਪੜ੍ਹਦੇ ਨੇ ਇਤਿਹਾਸ ਕੀ ਸੀ, ਪਰ ਇਹ ਦੁਖਦਾਈ ਨਹੀਂ ਹੁੰਦਾ ਵੀ ਪੰਜਾਬ ਦੇ ਵਿੱਚ ਉਹਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਪੰਜਾਬ ਦੀ ਕਿਤਾਬਾਂ ਵਿੱਚ ਤਾਂ ਸਾਰਾ ਗੜੀ ਦਾ ਸਾਰਾ ਇਤਿਹਾਸ ਹੀ ਹੈ ਨਹੀਂ, ਕਿਤੇ ਵੀ ਕੋਈ ਪੰਨਾ ਵੀ ਨਹੀਂ ਗਾ ਇੱਕ। ਪਰ ਸਾਡੇ ਇੰਡੀਆ ਦੇ ਵਿੱਚ, ਕਿਉਂਕਿ ਮੈਂ ਤਾਂ ਕਿਹਾ ਸੀ ਇਕੱਲਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ, CBSE, ਜਿੰਨਾ ਵੀ ਇੰਡੀਆ ਦੇ ਵਿੱਚ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਸਾਰਾ ਗੜੀ ਦਾ ਵੀ ਹੋਣਾ ਚਾਹੀਦਾ ਹੈ, ਚਮਕੌਰ ਦੀ ਗੜੀ ਦਾ ਵੀ ਹੋਣਾ ਚਾਹੀਦਾ। ਜਿਹੜੀ ਸਾਡੇ ਯੋਧਿਆਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਉਹਦੇ ਬਾਰੇ ਲਿਖਿਆ ਹੋਣਾ ਚਾਹੀਦਾ। ਪਰ ਇਹ ਦੁਖਦਾਈ ਹੈ ਔਰ ਕਿਤੇ ਕਿਤੇ ਇਹ ਸ਼ੰਕਾ ਵੀ ਖੜਾ ਕਰਦਾ ਹੈ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਸਿੱਖਾਂ ਦੀ ਕਿਸੇ ਵੀ ਚੀਜ਼ ਨੂੰ ਜਿਹੜਾ ਹੈ ਨਾ ਉਹ ਛੁਪਾਇਆ ਜਾਂਦਾ ਹੈ, ਉਸ ਨੂੰ ਫਿਲਮਾਇਆ ਨਹੀਂ ਜਾਂਦਾ। ਅੰਗਰੇਜ਼ ਦੇ ਬੱਚੇ ਪੜ੍ਹਦੇ ਪਏ ਨੇ ਇਤਿਹਾਸ ਵੀ ਅੰਗਰੇਜ਼ ਦੇ ਉਹਨਾਂ ਦੀ ਕਿਤਾਬਾਂ ਵਿੱਚ ਹੈਗਾ, ਦੁੱਖ ਹੁੰਦਾ ਵੀ ਸਾਡੇ ਇੱਥੇ ਹੀ ਨਹੀਂਗਾ। ਐਸਜੀਪੀਸੀ ਨੇ ਫਿਰ ਤੁਹਾਨੂੰ ਕੀ ਜਵਾਬ ਦਿੱਤਾ ਤੁਸੀਂ ਜੋ ਗੱਲ ਰੱਖੀ ਤਾਂ? ਨਹੀਂ, ਸਾਨੂੰ ਕੋਈ ਰਿਪਲਾਈ ਨਹੀਂ ਆਇਆ। ਮੈਂ 2-3 ਵਾਰ ਲੈਟਰ ਲਿਖੀਆਂ ਸੀ ਉਹਨਾਂ ਨੂੰ, ਬਟ ਮੈਨੂੰ ਕੋਈ ਰਿਪਲਾਈ ਨਹੀਂ ਆਇਆ। ਸਾਨੂੰ ਦੁੱਖ ਉਦੋਂ ਹੁੰਦਾ ਹੈ ਕਿ ਸਾਡਾ ਇੱਥੋਂ ਲੋਕਲ ਬੰਦੇ ਨੂੰ ਅੰਗਰੇਜ਼ ਆ ਕੇ ਪੁੱਛੇ ਤੇ ਸਾਡੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੋਈ ਸਾਰਾ ਗੜੀ ਪਤਾ ਨਹੀਂ ਕੀ ਹੈ, ਬਟ ਫਿਰ ਅੰਗਰੇਜ਼ ਦੱਸਦਾ ਕਿ ਪਾਗਲ ਤੁਹਾਡੀ ਹਿਸਟਰੀ ਇਹ ਆ, ਇਹ ਸਿੱਖਾਂ ਦੀ ਹਿਸਟਰੀ ਹੈ, ਜਦ ਕਿ ਸਾਨੂੰ ਨਹੀਂ ਪਤਾ। ਤੇ ਸਾਨੂੰ ਚਾਹੀਦਾ ਹੈ ਕਿ 5ਵੀਂ ਤੋਂ 10ਵੀਂ ਦੇ ਵਿਚਕਾਰ ਦੀ ਕਿਸੇ ਕਲਾਸ ਦੇ ਵਿੱਚ ਨਾ ਸਿਲੇਬਸ ਦਾ ਹਿੱਸਾ ਸਾਰਾ ਗੜੀ ਦੀ ਜੰਗ ਜ਼ਰੂਰ ਬਣਨਾ ਚਾਹੀਦਾ ਹੈ। ਜਦੋਂ 21 ਸਿੰਘਾਂ ਨੇ 12,000 ਮੁਗਲ ਫੌਜਾਂ ਨੂੰ ਰੋਕ ਲਿਆ ਸੀ। ਤਸਵੀਰਾਂ ਤੁਸੀਂ ਇਹ ਦੇਖਦੇ ਹੋ। ਗੱਲ ਹੈ 1897 ਦੀ, ਜਦੋਂ ਸਾਰਾ ਗੜੀ ਕਿਲੇ ਦੇ ਉੱਤੇ 12,000 ਮੁਗਲ ਫੌਜਾਂ ਆ ਜਾਂਦੀਆਂ ਨੇ 21 ਸਿੰਘਾਂ ਨੂੰ ਬਾਹਰ ਕੱਢਣ ਵਾਸਤੇ। ਹੌਸਲਾ ਨਹੀਂ ਹਾਰਿਆ ਤਾਂ ਇੱਕ ਮਿਸਾਲ ਵੀ ਕਾਇਮ ਕਰਕੇ ਗਏ ਵੀ ਸ਼ਹੀਦੀਆਂ ਕਿਵੇਂ ਹੁੰਦੀਆਂ ਨੇ, ਕਿਵੇਂ ਲੋਹਾ ਲਿਆ ਜਾਂਦਾ ਹੈ, ਕਿਵੇਂ ਦੁਸ਼ਮਣ ਨੂੰ ਧੂਲ ਚਟਾਈ ਜਾਂਦੀ ਹੈ। ਟਸ ਤੋਂ ਮਸ ਨਹੀਂ ਹੋਏ ਤਾਂ ਇਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਾਇਆ ਗਿਆ ਸਾਰਾ ਗੜੀ ਗੁਰਦੁਆਰਾ ਫਿਰੋਜ਼ਪੁਰ ਦੇ ਵਿੱਚ, ਜੋ ਬਣਿਆ ਸੀ 1904 ਵਿੱਚ। ਸਾਰਾ ਗੜੀ ਕਿਲਾ ਜੋ ਗੁਲਿਸਤਾਨ ਤੇ ਲੋਕਾਰ ਦੇ ਵਿਚਕਾਰ ਮੌਜੂਦ ਸੀ। 1897 ਵਿੱਚ ਜਦੋਂ ਸਿੰਘ ਸ਼ਹੀਦ ਹੁੰਦੇ ਨੇ, ਉਸ ਤੋਂ ਬਾਅਦ ਜਦੋਂ ਇਹ ਸਾਰੀ ਗੱਲਬਾਤ ਅੰਗਰੇਜ਼ਾਂ ਕੋਲ ਜਾਂਦੀ ਹੈ, ਬਰਤਾਨੀਆ ਕੋਲ ਜਾਂਦੀ ਹੈ, ਤਾਂ ਚਰਚਾ ਵੀ ਚੱਲ ਪੈਂਦੀ ਹੈ ਕਿ ਇਹਨਾਂ ਦੀ ਕਥਾਵਾਂ ਵੀ ਜਾਂਦੀਆਂ ਸਨ। ਅੰਗਰੇਜ਼ ਖੁਦ ਇਹਨਾਂ ਦੀਆਂ ਕਿੱਸੇ ਤੇ ਕਹਾਣੀ ਸੁਣਦੇ ਸਨ ਤੇ ਕਈ ਦੇਸ਼ਾਂ ਦੇ ਵਿੱਚ ਤੁਹਾਨੂੰ ਇਹਨਾਂ ਦੇ ਕਿੱਸੇ ਕਿਤਾਬਾਂ ਵਿੱਚ ਵੀ ਮਿਲਣਗੇ। ਇਹ ਸਾਰਾ ਗੜੀ ਦਾ ਸਾਰਾ ਕਦਮਵਾਰ ਤੁਹਾਨੂੰ ਅੰਗਰੇਜ਼ਾਂ ਦੀ ਕਿਤਾਬਾਂ ਵਿੱਚ ਮਿਲਣਗੇ। ਅੰਗਰੇਜ਼ਾਂ ਦੇ ਬੱਚੇ ਪੜ੍ਹਦੇ ਨੇ ਇਹਨਾਂ ਦੀ ਕਿਤਾਬਾਂ ਨੂੰ। ਪਰ ਦੁਖਾਂਤ ਇਹ ਹੈ, ਪੰਜਾਬ ਦੇ ਵਿੱਚ ਤੁਹਾਨੂੰ ਕੋਈ ਵੀ ਕਿਤਾਬ ਨਹੀਂ ਮਿਲਣੀ ਜਿੱਥੇ ਸਾਰਾ ਗੜੀ ਦਾ ਇਤਿਹਾਸ ਤੁਹਾਨੂੰ ਸੁਣਾਇਆ ਜਾਵੇ ਜਾਂ ਤੁਹਾਡੇ ਰੂਬਰੂ ਕੀਤਾ ਜਾਵੇ। ਤਾਂ ਸਾਡੇ ਨਾਲ ਮੌਜੂਦ ਨੇ ਭਾਈ ਬਲਵੰਤ ਸਿੰਘ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਪਿਛਲੇ 13 ਸਾਲਾਂ ਤੋਂ ਇਸ ਗੁਰਦੁਆਰੇ ਦੀ ਸੇਵਾ ਕਰ ਰਹੇ ਨੇ। ਕੁਝ ਇਤਿਹਾਸ ਦੇ ਪੰਨੇ ਵੀ ਦੱਸਣਗੇ। ਔਰ ਗੁਰਦੁਆਰਾ ਬਣਿਆ ਸੀ
ਇਸ ਦਾ ਕੀ ਇਤਿਹਾਸ ਸੀ, ਕਿਵੇਂ ਸਾਰਾਗੜ੍ਹੀ ਗੁਰਦੁਆਰਾ 1904 ਵਿੱਚ ਬਣਿਆ? ਭਾਈ ਸਾਹਿਬ ਖੁਦ ਦੱਸਣਗੇ। ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਗੱਲ 1897 ਦੀ, ਹੁਣ ਜਿਵੇਂ ਆਪਾਂ ਦੇਖਦੇ ਹਾਂ 21 ਸਿੰਘਾਂ ਨੇ ਉਦੋਂ ਸ਼ਹੀਦੀ ਪ੍ਰਾਪਤ ਕੀਤੀ, ਸ਼ਹੀਦ ਹੋਏ ਉਸ ਵਕਤ। 1904 ਦੀ ਗੱਲ ਕਰੀਏ, ਗੁਰਦੁਆਰਾ ਬਣਿਆ, ਕਿਹਨਾਂ ਨੇ ਬਣਵਾਇਆ ਸੀ ਗੁਰਦੁਆਰਾ? ਇਹ ਜੀ ਜਿਸ ਵੇਲੇ ਸ਼ਹਾਦਤ ਹੋਈ ਤੇ ਇਹ ਸ਼ਹਾਦਤ ਦਾ ਜਿਹੜਾ ਸੀ ਇੱਕ ਇਲਾਹਾਬਾਦ ਤੋਂ ਪਾਇਓਨੀਅਰ ਅਖਬਾਰ ਨਿਕਲਦਾ ਸੀ। ਉਸ ਅਖਬਾਰ ਨੇ ਲਗਾਤਾਰ ਇਹਨਾਂ ਦੀ ਹਿਸਟਰੀ ਛਾਪੀ, ਚਰਚਾ ਕੀਤੀ ਕਿ ਦੇਖੋ ਸਿਰਫ 21 ਨੌਜਵਾਨਾਂ ਨੇ ਹਜ਼ਾਰਾਂ ਫੌਜਾਂ ਦਾ ਟਾਕਰਾ ਕੀਤਾ ਔਰ ਘੰਟਿਆਂ ਤੱਕ ਉਸ ਨੂੰ ਆਪਣੇ ਕਿਲੇ ਨੂੰ ਆਪਣੇ ਕਬਜ਼ੇ ਵਿੱਚ ਰੱਖ ਕੇ ਦੁਸ਼ਮਣਾਂ ਲੋਹਾ ਲੈਂਦੇ ਰਹੇ ਔਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ 1.25 ਲੱਖ ਸੇ ਇੱਕ ਲੜਾਉਣ ਵਾਲੇ ਬਚਨ ਨੂੰ ਇੱਕ ਵਾਰ ਫਿਰ ਗਰਾਊਂਡ ਦੇ ਉੱਪਰ ਸੱਚ ਕਰਕੇ ਦਿਖਾਇਆ। ਤਾਂ ਉਹ ਲਗਾਤਾਰ ਅਖਬਾਰ ਨੇ ਜਦੋਂ ਹਿਸਟਰੀ ਛਾਪੀ ਤੇ ਉਸ ਨੇ ਹਿਸਟਰੀ ਛਾਪਦਿਆਂ ਹੋਇਆਂ ਲੋਕਾਂ ਤੋਂ, ਸਾਡੇ ਇੰਡੀਅਨ ਪੂਰੇ ਹਿੰਦੁਸਤਾਨ ਦੇ ਵਿੱਚੋਂ ਚੰਦਾ ਇਕੱਠਾ ਕੀਤਾ ਗਿਆ। ਉਸ ਚੰਦੇ ਦੀ ਜੋ ਰਾਸ਼ੀ ਇਕੱਠੀ ਹੋਈ ਸੀ ਉਸ ਦੇ ਨਾਲ ਜਿਹੜਾ ਸੀ ਇਹ ਸਾਰਾਗੜ੍ਹੀ ਮੈਮੋਰੀਅਲ ਜਿਹੜਾ ਸੀ ਉਸ ਸਮੇਂ ਬਣਾਇਆ ਗਿਆ ਔਰ ਇਹਦੀ ਜਿਹੜਾ ਸੀ ਦੇਖ ਰੇਖ ਵਗੈਰਾ ਜੋ ਸੀ ਰਾਜਾ ਫਰੀਦਕੋਟ ਉਹਨਾਂ ਨੇ ਜੋ ਕੀਤੀ ਔਰ ਇਹ 1904 ਵਿੱਚ ਇਹਦੀ ਓਪਨਿੰਗ ਹੋਈ। ਭਾਵੇਂ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ, ਹੁਣ ਆਪਾਂ ਕੁਛ ਦੂਰੀ ਤੇ ਜਾਈਏ, ਫਿਰੋਜ਼ ਸ਼ਾਹ ਮੁਦਕੀ ਵੀ ਬਣਿਆ ਹੋਇਆ, ਉੱਥੇ ਅੰਗਰੇਜ਼ ਅੱਜ ਵੀ ਆਉਂਦੇ ਨੇ, ਕਿਤਾਬ ਲੈ ਕੇ ਆਉਂਦੇ ਨੇ, ਕੰਪਾਸ ਲੈ ਕੇ ਆਉਂਦੇ ਨੇ, ਖੁਦ ਕਹਿੰਦੇ ਨੇ ਵੀ ਸਾਡੇ ਦਾਦਾ ਜੀ ਸ਼ਹੀਦ ਹੋਏ ਸੀ। ਚਲੋ ਉਹਨਾਂ ਦੇ ਵੀ ਲੋਕ ਕਾਫੀ ਮਰੇ ਇੱਥੇ, ਪਰ ਅੰਗਰੇਜ਼ ਵੀ ਇੱਥੇ ਆਉਂਦੇ ਨੇ, ਦੇਖਦੇ ਨੇ ਜਾਂ ਪੁੱਛਦੇ ਨੇ ਵੀ ਸਾਰਾਗੜ੍ਹੀ ਦੀ ਲੜਾਈ ਹੋਈ ਸੀ, ਉਸ ਤੋਂ ਬਾਅਦ ਇਹ ਗੁਰਦੁਆਰਾ ਹੈਗਾ, ਜਾਂ ਜਾਣਕਾਰੀ ਲੈਂਦੇ ਨੇ? ਹਾਂਜੀ ਬਿਲਕੁਲ ਜੀ, ਸ਼ਰਧਾਲੂ ਦੇ ਤੌਰ ਤੇ ਤਾਂ ਸਾਡੇ ਇੰਡੀਅਨਸ ਜਿਹੜੇ ਨੇ ਉਹ ਤਕਰੀਬਨ ਆਉਂਦੇ ਰਹਿੰਦੇ ਨੇ, ਵਿਦੇਸ਼ ਤੋਂ ਵੀ ਆਉਂਦੇ ਨੇ, ਦੇਸ਼ ਦੇ ਕੋਨੇ-ਕੋਨੇ ਤੋਂ ਆਉਂਦੇ ਨੇ। ਆਪਾਂ ਅਗਰ ਸ਼ਰਧਾ ਦੀ ਗੱਲ ਕਰੀਏ, ਜਿਸ ਤਰ੍ਹਾਂ ਕੋਈ ਕਹਿੰਦੇ ਸਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ, ਅਸੀਂ ਇੱਥੇ ਅਰਦਾਸ ਕਰਕੇ ਗਏ, ਸਾਡਾ ਇਹ ਕੰਮ ਹੋ ਗਿਆ, ਹੈ ਨਾ। ਕਈ ਲੋਕਾਂ ਦੇ ਸਾਨੂੰ ਫੋਨ ਵੀ ਆਉਂਦੇ ਨੇ ਕਿ ਬਾਬਾ ਜੀ ਮੇਰੀ ਅਰਦਾਸ ਕਰ ਦਿਓ, ਮੇਰਾ ਇਹ। ਤੋ ਸ਼ਰਧਾਲੂ ਦੇ ਤੌਰ ਤੇ ਵੀ ਬਹੁਤ ਸੰਗਤ ਆਉਂਦੀ ਹੈ। ਬਾਕੀ ਇੱਕ ਵਿਜ਼ਟਰ ਦੇ ਤੌਰ ਤੇ ਸਰ ਅਸੀਂ ਕਹਿ ਰਹੇ ਕਿ ਅੰਗਰੇਜ਼ ਕਦੇ ਕੋਈ ਆਉਂਦੇ ਨੇ। ਹੁਣ ਪਿੱਛੇ ਜਿਹਾ 2017 ਦੇ ਵਿੱਚ ਔਰ 18 ਦੇ ਵਿੱਚ ਉੱਧਰੋਂ ਆਰਮੀ, ਬ੍ਰਿਟਿਸ਼ ਆਰਮੀ ਦੇ ਬ੍ਰਿਗੇਡੀਅਰ ਔਰ ਬਹੁਤ ਸਾਰੇ ਜਿਹੜੇ ਸੀ ਨੌਜਵਾਨ, ਉਹਨਾਂ ਦੇ ਕੈਪਟਨ, ਸਿਪਾਹੀ ਵਗੈਰਾ ਉਹ ਵੀ ਆਏ ਸੀ। 12 ਸਤੰਬਰ ਨੂੰ ਜੋ ਸਾਡਾ ਸਾਰਾਗੜ੍ਹੀ ਡੇ ਹੁੰਦਾ ਉਹਦੇ 'ਤੇ ਬ੍ਰਿਟਿਸ਼ ਆਰਮੀ ਦੇ ਵੀ ਜਿਹੜੇ ਅੰਗਰੇਜ਼ ਨੇ ਕਈ ਵਾਰ 2-3 ਵਾਰ ਹੋ ਕੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਕਦੇ ਕੋਈ ਅੰਗਰੇਜ਼ ਲੋਕ ਵੀ ਵਿਜ਼ਿਟ ਕਰਨ ਵਾਸਤੇ ਆ ਜਾਂਦੇ। ਅੱਛਾ, ਕੀ ਗੱਲਬਾਤ ਹੁੰਦੀ ਹੈ? ਕੀ ਜਦੋਂ ਅੰਗਰੇਜ਼ ਪੁੱਛਦੇ ਹੋਣਗੇ ਵੀ, ਜਾਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੋਏਗੀ, ਜਾਂ ਹੋਰ ਹਿਸਟੋਰੀਅਨ ਹੁੰਦੇ ਹੋਣਗੇ, ਕੀ ਚਰਚਾ ਹੁੰਦੀ ਅੰਗਰੇਜ਼ਾਂ ਨਾਲ? ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਅੱਜ ਕੱਲ੍ਹ ਜਦੋਂ ਚਰਚਾ ਤਾਂ ਹੁੰਦੀ ਹੈ, ਕਿਉਂਕਿ ਤਕਰੀਬਨ ਚਰਚਾ ਦਾ ਮਤਲਬ ਹੈ ਕਿ ਉਹਨਾਂ ਨੇ ਪੜ੍ਹਿਆ ਹੁੰਦਾ ਉਹ ਤਾਂ ਹੀ ਆਉਂਦੇ ਨੇ। ਉਹਨਾਂ ਨੇ ਪਹਿਲਾਂ ਪੜ੍ਹਿਆ ਹੁੰਦਾ ਹੈ ਸਾਰਾਗੜ੍ਹੀ ਦੀ ਹਿਸਟਰੀ, ਉਹ ਦੇਖਦੇ ਨੇ, ਫਿਰ ਪੁੱਛਦੇ ਨੇ ਵੀ ਅੱਜ ਕੱਲ੍ਹ ਕੀ ਇਸ ਤਰ੍ਹਾਂ ਰੂਟੀਨ ਚੱਲ ਰਹੀ ਹੈ। ਔਰ ਕਦੇ ਕਈ ਲੋਕ ਇਸ ਦੇ ਬਾਰੇ ਥੋੜ੍ਹਾ ਜਿਹਾ ਹੈਰਾਨ ਵੀ ਹੁੰਦੇ ਨੇ ਕਿ ਇਸ ਦਾ ਕੋਈ ਪ੍ਰੂਫ ਹੈ ਕਿ ਵਾਕਿਆ ਹੀ ਹਜ਼ਾਰਾਂ ਨੇ ਦਾ ਮੁਕਾਬਲਾ 21 ਨੇ ਕੀਤਾ ਸੀ। ਤਾਂ ਫਿਰ ਅਸੀਂ ਉਹਨੂੰ ਦੱਸਦੇ ਹਾਂ ਕਿ ਸਾਡਾ ਜੋ 36 ਸਿੱਖ ਰੈਜੀਮੈਂਟ, ਜੋ ਅੱਜ ਸਾਡੀ ਇੰਡੀਅਨ ਆਰਮੀ ਦੀ 4 ਸਿੱਖ ਰੈਜੀਮੈਂਟ ਹੈ, ਸਾਡੀ 4 ਸਿੱਖ ਰੈਜੀਮੈਂਟ ਦੇ ਵਿੱਚ ਆਰਮੀ ਦਾ ਰਿਕਾਰਡ ਹੈ ਔਰ ਬ੍ਰਿਟਿਸ਼ ਦੇ ਵਿੱਚ ਵੀ ਇਹ ਰਿਕਾਰਡ ਹੈ। ਕਿਉਂਕਿ ਜਿਸ ਵੇਲੇ ਅਟੈਕ ਹੁੰਦਾ ਹੈ ਉਸ ਵੇਲੇ ਸਿਗਨਲਮੈਨ ਗੁਰਮੁਖ ਸਿੰਘ ਜੀ ਜੋ ਸਿਗਨਲ ਭੇਜਦੇ ਨੇ 1 ਸੈਕਿੰਡ ਦਾ, ਜੋ ਸਿਗਨਲ ਕੋਈ 1 ਸੈਕਿੰਡ ਬਾਅਦ, 10 ਸੈਕਿੰਡ ਬਾਅਦ, 20 ਸੈਕਿੰਡ ਬਾਅਦ, ਮਤਲਬ ਕਿ ਇੱਕ ਸੈਕਿੰਡ ਦਾ ਹਿਸਾਬ ਹੈ ਕਿ ਕਿਸ ਟਾਈਮ ਤੇ ਸਿਗਨਲਮੈਨ ਗੁਰਮੁਖ ਸਿੰਘ ਨੇ ਕੀ ਕਿਹਾ, ਕਿੰਨੇ ਲੋਕ ਆ ਗਏ ਨੇ, ਕਿੰਨੇ ਲੋਕ ਸ਼ਹੀਦ ਹੋ ਗਏ ਨੇ, ਕੌਣ ਸ਼ਹੀਦ ਹੋ ਗਿਆ, ਕੌਣ ਰਹਿ ਗਿਆ। ਤਾਂ ਉਹ ਪੂਰਾ ਸਵੇਰੇ 9 ਵਜੇ ਤੋਂ ਲੈ ਕੇ 4:30 ਵਜੇ ਤੱਕ ਜਿਹੜਾ ਨਾ ਉਹ ਰਿਕਾਰਡ, ਇੱਕ ਮਿੰਟ ਦਾ ਰਿਕਾਰਡ ਜਿਹੜਾ ਹੈ ਨਾ, ਮਿੰਟ ਟੂ ਮਿੰਟ ਲਿਖਿਆ ਹੋਇਆ ਹੈ। ਅਤੇ ਫਿਰ ਜਦੋਂ ਉਹਨਾਂ ਨੂੰ ਦੱਸੀਦਾ ਹੈ ਤਾਂ ਫਿਰ ਉਹ ਪੁੱਛਦੇ ਆ ਕੁਛ ਸਾਡੇ ਕੋਲ ਰਿਟਰਨ ਦੇ ਵਿੱਚ, ਅਤੇ ਰਿਟਰਨ ਦੇ ਵਿੱਚ ਵੈਸੇ ਸਾਡੇ ਵੱਲੋਂ ਤਾਂ ਕੁਛ ਪਾਇਆ ਨਹੀਂ ਗਿਆ, ਬਟ 2 ਕੁ ਲੋਕਾਂ ਨੇ ਇੱਕ ਤਾਂ ਮਤਲਬ ਕਿ ਸਾਰਾਗੜ੍ਹੀ ਸੰਬੰਧਿਤ ਕੋਈ ਸੁਸਾਇਟੀ ਬਣਾਈ ਆ, ਗੁਰਵਿੰਦਰਪਾਲ ਸਿੰਘ ਜੀ ਜੋਸਨ, ਜਿਹੜੇ ਕਿ ਇੰਗਲੈਂਡ ਵਿੱਚ ਹੀ ਰਹਿ ਰਹੇ ਨੇ, ਉਹਨਾਂ ਨੇ ਇੱਕ ਬੁੱਕ ਲਿਖੀ ਹੈ ਸਾਰਾਗੜ੍ਹੀ ਦੇ ਉੱਪਰ। ਔਰ ਇੱਕ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਕੈਪਟਨ ਸੋਹਲ ਹੈਗੇ ਨੇ, ਸੋਲ ਕਰਕੇ, ਅਤੇ ਉਹਨਾਂ ਨੇ ਵੀ ਇੱਕ ਕਿਤਾਬ ਛਾਪੀ। ਫਿਰ ਅਸੀਂ ਉਹਦਾ ਹਵਾਲਾ ਦੇ ਦਿੰਦੇ ਹਾਂ ਉਹਨਾਂ ਨੂੰ ਪੜ੍ਹਨ ਵਾਸਤੇ, ਉਹਨੂੰ ਕਹਿ ਦਿੱਤਾ ਤੁਸੀਂ ਨੈੱਟ ਤੋਂ ਟਰਾਈ ਕਰ ਲਓ ਅਤੇ ਉਹ ਫਿਰ ਦੇਖ ਲੈਂਦੇ ਆ ਲੋਕ। ਅੱਛਾ, ਹੁਣ ਗੱਲ ਕਰੀਏ ਅੱਜ ਦੇ ਦੌਰ ਦੀ, ਆਪਾਂ ਦੇਖਦੇ ਹਾਂ ਵੀ ਫਰਾਂਸ ਹੋ ਗਿਆ, ਇੰਗਲੈਂਡ ਹੋ ਗਿਆ, ਇਹਨਾਂ ਸਾਰੇ ਜੋ ਵੀ ਸਿੰਘ ਸ਼ਹੀਦ ਹੋਏ ਸੀ ਸਾਰਾਗੜ੍ਹੀ ਵਿੱਚ, ਉਹਨਾਂ ਦੀ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਅੰਗਰੇਜ਼ਾਂ ਨੂੰ, ਅੰਗਰੇਜ਼ਾਂ ਦੇ ਬੱਚੇ ਪੜ੍ਹਦੇ ਨੇ ਇਤਿਹਾਸ ਕੀ ਸੀ। ਪਰ ਇਹ ਦੁਖਦਾਈ ਨਹੀਂ ਹੁੰਦਾ ਵੀ ਪੰਜਾਬ ਦੇ ਵਿੱਚ ਉਹਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ, ਪੰਜਾਬ ਦੀ ਕਿਤਾਬਾਂ ਵਿੱਚ ਤਾਂ ਸਾਰਾਗੜ੍ਹੀ ਦਾ ਸਾਰਾ ਇਤਿਹਾਸ ਹੀ ਹੈ ਨਹੀਂ, ਕਿਤੇ ਵੀ ਕੋਈ ਪੰਨਾ ਵੀ ਨਹੀਂ ਗਾ ਇੱਕ। ਦੇਖੋ ਅਗਰ ਆਪਾਂ ਉਹ ਸੋਚਦੇ ਹਾਂ ਤਾਂ ਮੈਂ ਤਾਂ 3-4 ਵਾਰ SGPC ਨੂੰ ਵੀ ਲਿਖਿਆ ਸੀ ਕਿ ਦੇਖੋ ਜਿਸ ਵੇਲੇ ਸਾਰਾਗੜ੍ਹੀ ਦੇ ਉੱਪਰ ਹਮਲਾ ਹੁੰਦਾ ਹੈ ਔਰ ਕਿਹਾ ਜਾਂਦਾ ਹੈ, ਅਫਗਾਨ ਕਹਿੰਦੇ ਨੇ ਕਿ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਜਿਹੜਾ ਹੈ ਗੜੀ ਛੱਡ ਜਾਓ। ਉਸ ਵੇਲੇ ਹੌਲਦਾਰ ਈਸ਼ਰ ਸਿੰਘ ਜੀ ਨੇ ਜੋ ਲੈਕਚਰ ਕੀਤਾ ਸੀ ਆਪਣੇ ਜਵਾਨਾਂ ਨੂੰ, ਉਹਨਾਂ ਨੇ ਕਿਹਾ ਸੀ ਕਿ ਦੇਖੋ
ਚਮਕੌਰ ਦੀ ਗੜੀ ਦੇ ਵਿੱਚ ਸਾਡੇ ਗੁਰੂ ਨੇ ਸਾਡਾ ਇਮਤਿਹਾਨ ਲਿਆ ਸੀ। ਸਾਡੇ ਚਮਕੌਰ ਦੀ ਗੜੀ ਵਿੱਚ ਹੌਲਦਾਰ ਰਿਸ਼ੀ ਸਿੰਘ ਕਹਿੰਦਾ ਚਮਕੌਰ ਦੀ ਗੜੀ ਵਿੱਚ ਸਾਡੇ ਗੁਰੂ ਨੇ ਸਾਨੂੰ ਇੱਕ ਪਾਠ ਪੜਾਇਆ ਸੀ। ਅੱਜ ਸਾਡਾ ਗੁਰੂਦਾਰ ਸਾਡੇ ਤੋਂ ਟੈਸਟ ਲੈਣ ਲੱਗਾ, ਇਮਤਿਹਾਨ ਲੈਣ ਲੱਗਾ ਤੇ ਆਪਾਂ ਫੇਲ ਨਹੀਂ ਹੋਣਾ। ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਨੂੰ ਅਫਗਾਨਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਉਸੇ ਗੁਰੂ ਦੇ ਸਿੱਖ ਹਾਂ। ਚਮਕੌਰ ਦੀ ਗੜੀ ਦੇ ਵਿੱਚ ਉਹਨੇ 10 ਲੱਖ ਦਾ ਮੁਕਾਬਲਾ ਕੀਤਾ ਸੀ 40 ਦੇ ਨਾਲ। ਅੱਜ ਅਸੀਂ ਉਹਦੇ ਗੁਰੂ ਦੇ ਸਿੱਖ, ਤੁਹਾਡਾ ਹਜ਼ਾਰਾਂ ਦਾ ਮੁਕਾਬਲਾ, 10,000 ਤੋਂ ਉੱਪਰ ਜੋ ਫੌਜ ਸੀ ਵੀ ਤੁਹਾਡਾ ਮੁਕਾਬਲਾ ਸੀ 21 ਹੀ ਕਰਾਂਗੇ। ਸੋ ਮੈਂ SGPC ਨੂੰ ਕਿਹਾ ਸੀ ਕਿ ਦੇਖੋ ਬ੍ਰਿਟਿਸ਼ ਨੇ ਇਹ ਜਿਹੜਾ ਹਿਸਟਰੀ ਸੀ ਸਾਰਾਗੜੀ ਦੀ, 21 ਨੇ 10,000 ਤੋਂ ਉੱਪਰ ਲੋਕਾਂ ਦਾ ਮੁਕਾਬਲਾ ਕੀਤਾ, ਉਹਨਾਂ ਨੇ ਪੂਰੇ ਵਰਲਡ ਵਿੱਚ ਫੈਲਾਇਆ। ਜਿਸ ਤਰ੍ਹਾਂ ਅਸੀਂ ਕਿਹਾ ਫਰਾਂਸ ਦੇ ਵਿੱਚ, ਹਰੇਕ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਜਿੱਥੋਂ ਤੱਕ ਅੰਗਰੇਜ਼ਾਂ ਦਾ ਉਸ ਵੇਲੇ ਰਾਜ ਸੀ ਉੱਥੋਂ ਤੱਕ ਜਿਹੜਾ ਸੀ ਉਹਨਾਂ ਨੇ ਸਿਲੇਬਸ ਵਿੱਚ ਸ਼ਾਮਲ ਕੀਤਾ। ਤੇ SGPC ਨੂੰ ਮੈਂ ਕਿਹਾ ਸੀ ਕਿ ਤੁਸੀਂ ਚਮਕੌਰ ਦੀ ਗੜੀ ਦਾ ਇਤਿਹਾਸ ਵੀ ਨਹੀਂ ਅੱਜ ਤੱਕ ਅਸੀਂ ਆਪਣੇ SGPC ਦੇ ਸਕੂਲਾਂ ਵਿੱਚ ਵੀ ਨਹੀਂ ਅਸੀਂ ਸ਼ਾਮਲ ਕਰ ਸਕੇ, ਹੈ ਨਾ। ਔਰ ਇਹ ਸਾਰਾ ਗੜੀ ਦਾ ਇਤਿਹਾਸ ਹੈ। ਹੁਣ ਸਾਡਾ ਕੋਲ ਸਿੱਖ ਦਾ ਸਾਡਾ ਆਪਣਾ ਰਾਜ ਹੈ, ਕਿਉਂਕਿ ਚਾਹੇ ਕੈਪਟਨ ਸਾਹਿਬ ਮੁੱਖ ਮੰਤਰੀ ਨੇ, ਚਾਹੇ ਬਾਦਲ ਸਾਹਿਬ ਮੁੱਖ ਮੰਤਰੀ ਨੇ, ਹੈ ਤਾਂ ਸਾਰੇ ਸਿੱਖ ਨੇ। ਚਾਹੇ ਸਿੱਖ ਦਾ ਵੀ ਨਹੀਂ ਮਤਲਬ, ਇਹ ਇੰਡੀਅਨ ਸ਼ਹੀਦ ਨੇ, ਇੰਡੀਅਨ ਲੋਕਾਂ ਦੀ ਸ਼ਹੀਦੀ ਹੈ। ਔਰ ਇੰਡੀਆ ਦੇ ਰਾਜ ਦੇ ਵਿੱਚ ਜਿਹੜਾ ਹੈ ਨਾ ਇੰਡੀਅਨ ਦੀ ਉਹ ਸ਼ਹੀਦੀ ਜਿਹੜੀ ਵਰਲਡ ਲੈਵਲ ਤੇ ਜਿਹੜਾ ਹੈ ਨਾ ਆਪਣਾ ਇੱਕ ਮੁਕਾਮ ਰੱਖਦੀ ਹੈ, ਕਿਉਂਕਿ ਵਰਲਡ ਦੀਆਂ ਮਸ਼ਹੂਰ ਜੰਗਾਂ ਦੇ ਵਿੱਚੋਂ ਇੱਕ ਜੰਗ ਹੈ ਸਾਰਾਗੜੀ ਦੀ। ਐਸਾ ਇੱਕ ਹੋਰ ਨੈਪੋਲੀਅਨ ਦੀ ਜੰਗ ਉਹਦੇ ਨਾਲ ਤੁਲਨਾ ਕੀਤੀ ਜਾਂਦੀ, ਸਿਰਫ 2 ਹੀ ਜੰਗਾਂ ਐਸੀਆਂ ਨੇ ਜਿਹਦੇ ਵਿੱਚ ਗਿਣਤੀ ਦੇ ਜਿਸ ਤਰ੍ਹਾਂ ਹੁਣ 21 ਨੇ, 21 ਨੇ ਹਜ਼ਾਰਾਂ ਦਾ ਮੁਕਾਬਲਾ ਕੀਤਾ। ਉਹ ਜਿਹੜੀ ਜੰਗ ਉਹ 300 ਨੇ ਕੁਝ ਹਜ਼ਾਰਾਂ ਦਾ ਮੁਕਾਬਲਾ ਕੀਤਾ ਸੀ, ਪਰ ਇਹ 300 ਤੋਂ ਵੀ ਥੱਲੇ ਆ ਗਏ, ਸਿਰਫ 21 ਨੇ। ਤੋਂ ਪਿੱਛੇ ਜਿਹੇ ਕੈਪਟਨ ਸਾਹਿਬ ਨੇ ਇੱਕ ਵਾਰ ਅਨਾਉਂਸ ਕੀਤਾ ਸੀ ਕਿ ਪੰਜਾਬ ਦੇ ਐਜੂਕੇਸ਼ਨ ਜਿਹੜਾ ਹੈਗਾ ਪੰਜਾਬ ਸਰਕਾਰੀ ਸਿੱਖਿਆ ਬੋਰਡ ਦੇ ਵਿੱਚ ਸ਼ਾਮਲ ਕੀਤਾ ਜਾਏਗਾ, ਪਰ ਹਾਲੇ ਤੱਕ ਕੁਝ ਹੈ ਨਹੀਂ। ਹੋਣਾ ਚਾਹੀਦਾ ਹੈ। ਸਾਰਾਗੜੀ ਦੇ ਸ਼ਹੀਦ ਨੇ, ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਚਮਕੌਰ ਦੀ ਗੜੀ ਹੈ, ਇਸ ਤਰ੍ਹਾਂ ਬੜੇ ਸਾਡੇ ਯੋਧੇ ਨੇ ਜਿਨ੍ਹਾਂ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ ਨੇ। ਪਰ ਸਾਡੇ ਇੰਡੀਆ ਦੇ ਵਿੱਚ, ਕਿਉਂਕਿ ਮੈਂ ਤਾਂ ਕਿਹਾ ਸੀ ਇਕੱਲਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ, CBSE ਜਿੰਨਾ ਵੀ ਇੰਡੀਆ ਦੇ ਵਿੱਚ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਸਾਰਾਗੜੀ ਦਾ ਵੀ ਹੋਣਾ ਚਾਹੀਦਾ ਹੈ, ਚਮਕੌਰ ਦੀ ਗੜੀ ਦਾ ਵੀ ਹੋਣਾ ਚਾਹੀਦਾ। ਜਿਹੜੀ ਸਾਡੇ ਯੋਧਿਆਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਉਹਦੇ ਬਾਰੇ ਲਿਖਿਆ ਹੋਣਾ ਚਾਹੀਦਾ। ਪਰ ਇਹ ਦੁਖਦਾਈ ਹੈ ਔਰ ਕਿਤੇ ਇਹ ਸ਼ੰਕਾ ਵੀ ਖੜਾ ਕਰਦਾ ਹੈ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਸਿੱਖਾਂ ਦੀ ਕਿਸੇ ਵੀ ਚੀਜ਼ ਨੂੰ ਜਿਹੜਾ ਹੈ ਨਾ ਉਹ ਛੁਪਾਇਆ ਜਾਂਦਾ ਹੈ, ਉਸ ਨੂੰ ਫਿਲਮਾਇਆ ਨਹੀਂ ਜਾਂਦਾ। ਅੱਛਾ ਬਾਬੀ, ਦੁੱਖ ਹੁੰਦਾ ਵੀ ਬਾਤ ਇਹ ਪੜ੍ਹਦੇ ਨੇ, ਅੰਗਰੇਜ਼ ਦੇ ਬੱਚੇ ਪੜ੍ਹਦੇ ਪਏ ਨੇ ਇਤਿਹਾਸ ਵੀ ਅੰਗਰੇਜ਼ ਦੇ ਉਹਨਾਂ ਦੀ ਕਿਤਾਬਾਂ ਵਿੱਚ ਹੈਗਾ, ਦੁੱਖ ਹੁੰਦਾ ਵੀ ਸਾਡੇ ਇੱਥੇ ਹੀ ਨਹੀਂਗਾ। SGPC ਨੇ ਫਿਰ ਤੁਹਾਨੂੰ ਕੀ ਜਵਾਬ ਦਿੱਤਾ, ਤੁਸੀਂ ਜੋ ਗੱਲ ਰੱਖੀ ਤਾਂ? ਨਹੀਂ, ਸਾਨੂੰ ਕੋਈ ਰਿਪਲਾਈ ਨਹੀਂ ਆਇਆ। ਮੈਂ 2-3 ਵਾਰ ਲੈਟਰ ਲਿਖਿਆ ਸੀ ਉਹਨਾਂ ਨੂੰ, ਬਟ ਮੈਨੂੰ ਕੋਈ ਰਿਪਲਾਈ ਨਹੀਂ ਆਇਆ। ਪਰ ਅਸੀਂ ਕਿਹਾ ਇਹ ਤਾਂ ਦੁੱਖ ਹੁੰਦਾ ਹੀ ਹੈ, ਪਰ ਇਸ ਤੋਂ ਵੱਡਾ ਦੁੱਖ ਉਦੋਂ ਹੁੰਦਾ ਹੈ ਕਿ ਜਦੋਂ ਸਾਡੇ ਪੰਜਾਬ ਦੇ, ਸਾਡੇ ਫਿਰੋਜ਼ਪੁਰ ਦੇ ਲੋਕਾਂ ਨੂੰ ਅੰਗਰੇਜ਼ ਆ ਕੇ ਦੱਸਦੇ ਨੇ ਤੁਹਾਡੀ ਹਿਸਟਰੀ ਹੈ। ਸਾਨੂੰ ਦੁੱਖ ਉਦੋਂ ਹੁੰਦਾ ਹੈ ਕਿ ਸਾਡਾ ਇੱਥੋਂ ਲੋਕਲ ਬੰਦੇ ਨੂੰ ਅੰਗਰੇਜ਼ ਆ ਕੇ ਪੁੱਛੇ ਤੇ ਸਾਡੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੋਈ ਸਾਰਾਗੜੀ ਪਤਾ ਨਹੀਂ ਕੀ ਹੈ, ਬਟ ਫਿਰ ਅੰਗਰੇਜ਼ ਦੱਸਦਾ ਕਿ ਪਾਗਲ ਤੁਹਾਡੀ ਹਿਸਟਰੀ ਇਹ ਹੈ, ਇਹ ਸਿੱਖਾਂ ਦੀ ਹਿਸਟਰੀ ਹੈ, ਜਦ ਕਿ ਸਾਨੂੰ ਨਹੀਂ ਪਤਾ। ਆਉਂਦੇ ਲੋਕ ਇਹੋ ਜਿਨ੍ਹਾਂ ਨੂੰ ਪਤਾ ਨਹੀਂ ਇਤਿਹਾਸ ਕੀ ਹੈਗਾ। ਬਹੁਤ ਸਾਰੇ ਲੋਕ ਨੇ ਫਿਰੋਜ਼ਪੁਰ ਦੇ ਵਿੱਚ, ਐਸੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਸਾਰਾਗੜੀ ਦੀ ਹਿਸਟਰੀ ਕੀ ਹੈ। ਇਹ ਤਾਂ ਚਲੋ ਮੈਂ ਥੈਂਕਸ ਕਰਦਾ ਉਹਨਾਂ ਲੋਕਾਂ ਦਾ, ਕੋਈ ਕੁਝ ਵੀ ਕਵੇ। ਜਾਂ ਜਿਸ ਤਰ੍ਹਾਂ ਅਕਸ਼ੇ ਕੁਮਾਰ ਹੋਰਾਂ ਨੇ ਕੇਸਰੀ ਫਿਲਮ ਬਣਾਈ ਹੈ, ਤੇ ਉਸ ਫਿਲਮ ਨੂੰ ਦੇਖਣ ਤੋਂ ਬਾਅਦ ਜਿਹੜਾ ਹੈ ਨਾ ਬਹੁਤ ਸਾਰੇ, ਉਸ ਫਿਲਮ ਆਉਣ ਤੋਂ ਪਹਿਲਾਂ, ਮੈਂ ਇਹ ਗਲਤ ਨਾ ਹੋਵਾਂ ਤੇ ਮੇਰੇ ਖਿਆਲ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਵੀ 70% ਐਸੇ ਲੋਕ ਸਨ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਹੋਈ ਸਾਰਾਗੜੀ। ਸਿਰਫ ਇੱਕ ਕੇਸਰੀ ਫਿਲਮ ਆਈ, ਉਹਦੇ ਨਾਲ ਜਿਹੜਾ ਹੈ ਨਾ ਸਾਡੇ ਬਹੁਤ ਸਾਰੇ ਲੋਕਾਂ ਨੂੰ, ਜਿਹੜੇ ਬੱਚਿਆਂ ਨੇ ਫਿਲਮਾਂ ਦੇਖੀਆਂ ਨੇ, ਬੱਚਿਆਂ ਨੂੰ ਪਤਾ ਲੱਗ ਗਿਆ ਕਿ ਹਾਂ ਸਾਰਾਗੜੀ ਕੁਛ ਸੀ। ਨਹੀਂ ਤਾਂ ਉਸ ਫਿਲਮ ਆਉਣ ਤੋਂ ਪਹਿਲਾਂ ਤਾਂ ਸਾਡੇ ਕਿਸੇ ਨੂੰ ਪਤਾ ਹੀ ਨਹੀਂ ਸੀ। ਕਿਤੇ ਇਤਿਹਾਸ ਹੀ ਭੁੱਲ ਗਏ ਤੇ ਪਿੱਛੇ ਰਹਿ ਕੀ ਗਿਆ? ਤੇ ਭੁੱਲਣ ਵਾਲੀ ਗੱਲ ਹੈ, ਫਿਰ ਪਿੱਛੇ ਪੱਲੇ ਕੀ ਰਹਿ ਗਿਆ? ਸਾਡੇ ਇਤਿਹਾਸ ਹੀ ਭੁੱਲ ਗਏ ਤਾਂ। ਬਿਲਕੁਲ ਜੀ। ਉਹ ਜਿਸ ਤਰ੍ਹਾਂ ਕੋਈ ਸ਼ਾਇਰ ਕਹਿੰਦੇ ਹੁੰਦੇ ਆ ਵੀ ਜਿਹੜੇ ਕੌਮ ਇਤਿਹਾਸ ਨੂੰ ਭੁੱਲ ਜਾਵੇ ਉਹ ਅੱਜ ਵੀ ਨਹੀਂ ਤੇ ਕੱਲ੍ਹ ਵੀ ਨਹੀਂ, ਹੈ ਨਾ। ਤੇ ਸਾਨੂੰ ਭੁੱਲਿਆ ਜਾ ਰਿਹਾ ਇਤਿਹਾਸ, ਕਿਉਂਕਿ ਭੁੱਲਿਆ ਇਸ ਕਰਕੇ ਜਾ ਰਿਹਾ ਹੈ ਕਿ ਸਾਨੂੰ ਦੱਸਿਆ ਨਹੀਂ ਜਾ ਰਿਹਾ, ਔਰ ਸਾਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ। ਮੈਂ ਤਾਂ ਚਾਹੁੰਦਾ ਕਿ ਅੱਜ ਪੜ੍ਹਨ ਦੇ ਨਾਲੋਂ ਜ਼ਿਆਦਾ ਦੇਖਣ ਦੇ, ਜਿਸ ਤਰ੍ਹਾਂ ਮੀਡੀਆ ਦਾ ਯੁੱਗ ਹੈ, ਜਿਸ ਤਰ੍ਹਾਂ ਮੈਂ ਦੱਸਿਆ ਵੀ ਕੇਸਰੀ ਫਿਲਮ ਆਈ, ਫਿਰ ਇੱਕ ਸੀਰੀਅਲ ਆਇਆ, ਇਸ ਤਰ੍ਹਾਂ ਦੇ ਸੀਰੀਅਲ, ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਕੰਟੀਨਿਊ ਚੱਲਦੀਆਂ ਰਹਿਣ, ਔਰ ਪਲੱਸ ਸਿਲੇਬਸ ਵਿੱਚ ਸ਼ਾਮਲ ਹੋਣਾ। ਕਿਉਂਕਿ ਬੱਚੇ ਦਾ ਦਿਮਾਗ ਇੱਕ ਐਸਾ ਹੁੰਦਾ ਹੈ, 10th ਕਲਾਸ ਤੋਂ ਪਹਿਲਾਂ ਅਸੀਂ ਜੋ ਪੜ੍ਹ ਲੈਂਦੇ ਹਾਂ ਨਾ ਉਹ ਸਾਨੂੰ ਕੋਈ ਲਾਈਫ ਭੁੱਲਦਾ ਨਹੀਂ ਹੈ। ਅਤੇ ਸਾਨੂੰ ਚਾਹੀਦਾ ਹੈ ਕਿ 5ਵੀਂ ਤੋਂ 10ਵੀਂ ਦੇ ਵਿਚਕਾਰ ਦੀ ਕਿਸੇ ਕਲਾਸ ਦੇ ਵਿੱਚ ਨਾ ਸਿਲੇਬਸ ਦਾ ਹਿੱਸਾ ਸਾਰਾਗੜੀ ਦੀ ਜੰਗ ਜ਼ਰੂਰ ਬਣਨਾ ਚਾਹੀਦਾ ਹੈ, ਕਿਉਂਕਿ ਸਾਰਾਗੜੀ ਜਿਹੜੀ ਹੈ ਨਾ ਉਹ ਇੰਡੀਅਨਸ ਵੱਲੋਂ ਲੜੀ ਗਈ ਜੰਗ ਹੈ,
ਔਰ ਉਹ ਜੰਗ ਹੈ ਜਿਹੜੀ ਵਰਲਡ ਲੈਵਲ ਤੇ ਆਪਣਾ ਮੁਕਾਮ ਰੱਖਦੀ ਹੈ। ਪੂਰੇ ਵਰਲਡ ਦੇ ਵਿੱਚ ਉਹਦੇ ਮੁਕਾਬਲੇ ਦੀ ਕੋਈ ਜੰਗ ਨਹੀਂ ਹੈ। ਅੱਛਾ, ਇੱਕ ਹੋਰ ਸਵਾਲ ਹੈ, ਹੁਣ ਕਿਸਾਨੀ ਅੰਦੋਲਨ ਹੈਗਾ, ਕਿਸਾਨੀ ਅੰਦੋਲਨ ਜਦੋਂ ਗਿਆ 26 ਨੂੰ 1 ਸਾਲ ਪੂਰਾ ਹੋ ਗਿਆ, ਟਰਾਲੀ 'ਚ ਲਿਖਿਆ ਹੁੰਦਾ ਸੀ ਵੀ ਜੇ ਸਰਕਾਰ ਸਾਡਾ ਇਤਿਹਾਸ ਪੜ੍ਹ ਲੈਂਦੀ ਤਾਂ ਸ਼ਾਇਦ ਸਾਡੀ ਗੱਲ ਮੰਨ ਲੈਂਦੀ। ਤੇ ਜਿਨ੍ਹਾਂ ਨੂੰ ਇਤਿਹਾਸ ਪਤਾ ਸੀ ਉਹ ਤਾਂ ਟਰਾਲੀਆਂ 'ਤੇ ਲਿਖ ਕੇ ਲੈ ਗਏ। ਸ਼ਾਇਦ ਇਹ ਉਹੀ ਇਤਿਹਾਸ ਸੀ ਜਿਹਨੂੰ ਕਹਿੰਦੇ ਸੀ ਇਤਿਹਾਸ ਬਹੁਤ ਵੱਡਾ, ਸਿੱਖਾਂ ਨੂੰ ਜੇ ਗੱਲ ਕਰੀਏ ਬਹੁਤ ਵੱਡਾ ਇਤਿਹਾਸ ਹੈ। ਸ਼ਾਇਦ ਉਹ 1 ਦਿਨ ਜਾਂ 2 ਦਿਨ ਜਾਂ 10 ਦਿਨ 'ਚ ਖਤਮ ਹੀ ਨਹੀਂ ਹੋਣਾ, ਜਿੰਨਾ ਮਰਜ਼ੀ ਆਪਾਂ ਉਸ ਚੀਜ਼ ਨੂੰ ਆਪਾਂ ਦੱਸ ਲਈਏ ਉਹ ਖਤਮ ਨਹੀਂ ਹੋ ਸਕਦੀ। ਫਿਰ ਦੂਸਰੇ ਪਾਸੇ ਕਸੂਰ ਕਿਸ ਦਾ? ਜੇ ਤੁਸੀਂ ਕਹਿੰਦੇ ਵੀ ਕਿਤਾਬਾਂ ਵਿੱਚ ਨਹੀਂ ਹੈਗਾ, ਲੋਕਾਂ ਨੂੰ ਪਤਾ ਨਹੀਂ ਹੈਗਾ, ਲੋਕ ਆਉਂਦੇ ਨੇ, ਪੁੱਛਦੇ ਨੇ, ਤਸਵੀਰਾਂ ਦੇਖਦੇ ਨੇ, ਸਭ ਤੋਂ ਵੱਡਾ ਦੋਸ਼ੀ ਕੌਣ ਹੈ? ਦੇਖੋ ਜਿਹੜੀ ਪੋਲਿਟਿਕਸ ਹੈ ਨਾ, ਜਿਸ ਤਰ੍ਹਾਂ ਦੋਸ਼ੀ ਅਸੀਂ ਵੀ ਹਾਂ, ਕਿਉਂਕਿ ਦੇਖੋ ਅਸੀਂ ਪੋਲਿਟਿਕਸ ਨੂੰ ਤਾਂ ਚਲੋ ਬਲੇਮ ਕਰਦੇ ਹਾਂ, ਕਿਉਂਕਿ ਪੋਲਿਟਿਕਸ ਦਾ ਕਿਤੇ ਨਾ ਕਿਤੇ ਇਨਵੋਲਵ ਹੈ ਆ ਕਿ ਉਹ ਨਹੀਂ ਚਾਹੁੰਦੇ ਕਿ ਜਿਹੜਾ ਹੈ ਨਾ ਸਾਡੀ ਹਿਸਟਰੀ, ਅਸੀਂ ਜਿਨ੍ਹਾਂ ਲੋਕਾਂ ਨੇ ਤੁਸੀਂ ਕਿਹਾ ਨਾ ਟਰਾਲੀਆਂ 'ਤੇ ਲਿਖਿਆ, ਮੈਂ ਦਾਅਵੇ ਨਾਲ ਕਹਿੰਦਾ ਕਿ ਜਿਨ੍ਹਾਂ ਨੇ ਟਰਾਲੀਆਂ 'ਤੇ ਲਿਖਿਆ ਨਾ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਕਿ ਸਾਡਾ ਇਤਿਹਾਸ ਕੀ ਹੈ। ਕਿਉਂਕਿ ਅਗਰ ਉਹਨਾਂ ਨੂੰ ਪਤਾ ਹੋਵੇ ਦੱਸਣਾ ਕਿੰਨੇ ਹੁੰਦਾ ਹੈ। ਮੈਨੂੰ ਜਿਹੜਾ ਅੱਜ ਵੀ ਮੈਂ ਕਥਾ ਕਰਦਾ ਵਾਂ, ਮੇਰੀ ਕਥਾ ਦੇ ਵਿੱਚ 80% ਮੇਰੀ ਮਾਂ ਬੋਲਦੀ ਹੈ, ਕਿਉਂਕਿ ਮੇਰੀ ਮਾਂ ਨੇ ਮੈਨੂੰ ਗੋਦੀ ਵਿੱਚ ਖਿਡਾਉਂਦਿਆਂ ਬਾਬਾ ਦੀਪ ਸਿੰਘ ਦੀਆਂ ਗੱਲਾਂ, ਗੁਰੂ ਗੋਬਿੰਦ ਸਿੰਘ ਦੀਆਂ ਕਹਾਣੀਆਂ, ਤਾਰੂ ਸਿੰਘ ਦੀਆਂ ਕਹਾਣੀਆਂ ਮੇਰੀ ਮਾਂ ਨੇ ਮੈਨੂੰ ਸਿਖਾਈਆਂ। ਤੇ ਅੱਜ ਮਾਵਾਂ ਨੂੰ ਖੁਦ ਨਹੀਂ ਪਤਾ। ਤਾਂ ਸਭ ਤੋਂ ਪਹਿਲੇ ਦੋਸ਼ੀ ਤਾਂ ਅਸੀਂ ਖੁਦ ਹਾਂ ਕਿ ਅਸੀਂ ਆਪਣੇ ਬੱਚੇ ਨੂੰ ਹੋਰ ਸਭ ਕੁਝ ਵਾਸਤੇ ਕਰਦੇ ਹਾਂ। ਹੁਣ ਮੇਰੇ ਬੱਚੇ ਮੇਰੇ ਤੋਂ ਕੋਈ ਚੀਜ਼ ਮੰਗਦੇ ਆ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਪਹਿਲਾਂ ਇਹਨਾਂ ਪਾਠ ਯਾਦ ਕਰਕੇ ਆ, ਮੈਂ ਤੁਹਾਨੂੰ ਦੇ ਦੂੰਗਾ, ਠੀਕ ਹੈ ਨਾ। ਮੈਂ ਆਪਣੇ ਬੱਚਿਆਂ ਨਾਲ ਖੁਦ ਸਵਾਲ ਜਵਾਬ ਕਰਦਾ, ਹਿਸਟਰੀ ਦੇ ਵਿਸ਼ੇ ਤੇ, ਆਪਣੇ ਸ਼ਹੀਦ ਸਿੰਘਾਂ ਦੇ ਵਿਸ਼ੇ ਤੇ ਮੈਂ ਖੁਦ ਸਵਾਲ ਜਵਾਬ ਕਰਦਾ। ਤਾਂ ਪਹਿਲੇ ਦੋਸ਼ੀ ਤਾਂ ਅਸੀਂ ਖੁਦ ਹਾਂ, ਕਿਉਂਕਿ ਅਸੀਂ ਖੁਦ ਹੀ, ਜੇ ਦੇਖੋ ਸਰਕਾਰ ਦੇ ਭਰੋਸੇ, ਸਰਕਾਰ ਸਿੰਘਾਂ ਨੇ ਆਪ ਬਣਾਈ ਆ। ਜਦੋਂ ਅਸੀਂ ਸਮੇਂ ਸੀ ਜੰਗਲਾਂ ਵਿੱਚ ਰਹਿੰਦੇ ਸੀ, ਸਰਕਾਰ ਨੇ ਆਫਰ ਕੀਤੀ ਸੀ ਤੇ ਸਿੰਘਾਂ ਨੇ ਠੁਕਰਾ ਦਿੱਤਾ ਸੀ, ਕਹਿੰਦੇ ਜਦੋਂ ਕਲਗੀਆਂ ਵਾਲਾ ਦੇਗਾ ਰਾਜ ਲਵਾਂਗੇ, ਅਸੀਂ ਭੀਖ ਵਿੱਚ ਨਹੀਂ ਲੈਣਾ ਤੇਰੇ ਤੋਂ, ਠੀਕ ਹੈ ਨਾ। ਸੋ ਕੀ ਹੁੰਦਾ ਹੈ ਕਿ ਅਸੀਂ ਆਪ ਪਹਿਲਾਂ ਅਵੇਅਰ ਹੋਈਏ, ਸਾਨੂੰ ਖੁਦ ਨੂੰ ਜਿਹੜਾ ਹੈ ਉਹ ਇਹ ਆਪਣੀ ਹਿਸਟਰੀ ਬਾਰੇ ਪਤਾ ਹੋਵੇ, ਫਿਰ ਹੀ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ। ਕਿਉਂਕਿ ਸਰਕਾਰ ਜਿਹੜਾ ਬਣਦੀ, ਜਿਹੜੇ MLAs ਬਣਦੇ ਨੇ, ਉਹੀ ਉਹ ਮੰਤਰੀ ਬਣਦੇ ਨੇ, ਉਹ ਮੁੱਖ ਮੰਤਰੀ ਬਣਦੇ, ਸਾਡੇ ਵਿੱਚੋਂ ਹੀ ਜਾਂਦੇ ਨੇ। ਅਗਰ ਉਹਨਾਂ ਨੂੰ ਹਿਸਟਰੀ ਦਾ ਪਤਾ ਹੋਏਗਾ ਤੇ ਆਪੇ ਕੁਛ ਨਾ ਕੁਛ ਸੋਚਣਗੇ। ਸਵਾਲ ਹੋਣੇ ਚਾਹੀਦੇ ਨੇ, ਸਵਾਲ ਹੋਣੇ ਚਾਹੀਦੇ ਨੇ ਫਿਰ ਲੀਡਰਾਂ ਨੂੰ। ਬਿਲਕੁਲ ਜੀ, ਬਿਲਕੁਲ ਲੀਡਰਾਂ ਨੂੰ ਸਵਾਲ ਹੋਣੇ ਚਾਹੀਦੇ। ਮੈਂ ਕਹਿੰਦਾ ਕਿ ਅਸੀਂ ਕੀ ਕਰਦੇ ਹਾਂ, ਅਸੀਂ ਮੰਗ ਬੜੀ ਛੋਟੀ ਜਿਹੀ ਰੱਖ ਦਿੰਦੇ ਹਾਂ। ਸਾਡੇ ਹਰੇਕ ਪਿੰਡ ਦਾ ਆਪਣਾ ਬਜਟ ਹੁੰਦਾ ਹੈ। ਇੱਕ ਪਿੰਡ ਦੇ ਵਿੱਚ ਅਗਰ ਆਪਾਂ ਵੇਖੋ, ਹਰੇਕ ਸਾਡਾ ਬੱਚਾ 50-50, 100-100 ਰੁਪਇਆ ਰੋਜ਼ ਦਾ ਖਰਚ ਕਰ ਦਿੰਦਾ। ਪਿੰਡ ਦੇ ਵਿੱਚ ਅਗਰ 50-60 ਘਰ ਹੈਗੇ ਨੇ, ਠੀਕ ਹੈ ਨਾ, ਪਿੰਡ ਦਾ ਵਿਕਾਸ ਉਹ ਖੁਦ ਕਰ ਸਕਦੇ। 1000 ਰੁਪਇਆ ਹਰੇਕ ਘਰ ਨੂੰ ਲਾ ਦੇਣ ਤੇ 50,000 ਰੁਪਇਆ ਮਹੀਨੇ ਦਾ ਬਣਦਾ ਹੈ, ਠੀਕ ਹੈ ਨਾ ਜੀ। ਤੇ 6 ਲੱਖ ਰੁਪਇਆ ਸਾਲ ਦਾ ਬਣਦਾ ਹੈ ਤੇ ਆਪਣਾ ਪਿੰਡ ਦਾ ਵਿਕਾਸ ਕਰ ਸਕਦੇ ਨੇ। ਪਰ ਸਾਡੇ ਪਿੰਡਾਂ ਵਾਲੇ ਲੀਡਰਾਂ ਨੂੰ ਕੀ ਕਹਿੰਦੇ ਜਦੋਂ ਵੋਟਾਂ ਦਿੰਦੀਆਂ, ਸਾਡਾ ਕੰਮ ਹੋਣਾ ਚਾਹੀਦਾ। ਇਹ ਕੋਈ ਸਵਾਲ ਨਹੀਂ, ਕੰਮ ਤਾਂ ਐਕਚੁਅਲੀ ਸਾਡਾ ਜੋ ਹੋਏ ਉਹ ਹੋਣਾ ਹੀ ਚਾਹੀਦਾ। ਇਹ ਤਾਂ ਕੋਈ ਸਵਾਲ ਨਹੀਂ ਹੈ ਨਾ। ਜੇ ਮੇਰਾ ਕੋਈ ਰੌਲਾ ਹੈ, ਜ਼ਮੀਨ ਦਾ ਰੌਲਾ, ਕੁਝ ਵੀ, ਅਸੀਂ ਸਾਡੇ ਸਵਾਲ ਰਹਿ ਜਾਂਦੇ ਆ। ਉਹਨੇ ਮੇਰੇ ਤੇ ਪਰਚਾ ਕਰਾਇਆ ਸੀ, ਮੈਂ ਉਹਦੇ ਤੇ ਪਰਚਾ ਕਰਾਉਣਾ। MLA ਕਹਿੰਦਾ ਠੀਕ ਹੈ, ਮੈਂ ਤੇਰਾ ਕੰਮ ਕਰਾ ਦਾਂਗਾ, ਹੈ ਨਾ, ਝੂਠਾ ਪਰਚਾ ਕਰਵਾ ਦਾਂਗਾ। ਸਵਾਲ ਇਹ ਜਿਹੜੇ ਨੇ ਮੁੱਦੇ ਦੇ ਸਵਾਲ ਹੋਣੇ ਚਾਹੀਦੇ ਆ ਕਿ ਸਾਡੇ ਆਹ ਜਿਹੜਾ ਹੈ ਨਾ ਸਿੱਖੀਜ਼ਮ ਵਾਸਤੇ ਸਾਡੀਆਂ ਜਿਹੜੀਆਂ ਨੇ ਸਾਡੇ ਹਿਸਟਰੀ ਵਿੱਚ ਸ਼ਾਮਲ ਹੋਣਾ ਚਾਹੀਦਾ। ਸਾਡੇ ਸਿਲੇਬਸ, ਅੱਜ ਸਾਡਾ ਐਜੂਕੇਸ਼ਨ ਮਿਨਿਸਟਰ ਹੈ, ਅੱਜ ਮੁੱਖ ਮੰਤਰੀ ਸਾਹਿਬ ਕਈ ਤਰ੍ਹਾਂ ਦੇ ਅਨਾਉਂਸ ਕਰ ਰਹੇ ਨੇ, ਤੇ ਉਸ ਟਾਈਮ ਤੇ ਸਾਨੂੰ ਕਿਸੇ ਨੂੰ ਜਾ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਵੀ ਜਿਹੜਾ ਹੈ ਨਾ ਉਹ ਕਰੋ, ਠੀਕ ਹੈ ਨਾ। ਅਸੀਂ ਵਧੀਆ ਸਵਾਲ ਜਿਹੜੇ ਸਾਡੇ ਸਮਾਜ ਦੇ ਵਿੱਚ, ਸਾਡੇ ਭਵਿੱਖ ਵਿੱਚ ਕੰਮ ਆਉਣੇ, ਉਹ ਨਹੀਂ ਕਰਦੇ। ਅਸੀਂ ਸਿਰਫ ਅੱਜ ਦਾ ਛੋਟਾ ਜਿਹਾ ਸਵਾਲ ਕਰ ਦਿੰਦੇ ਹਾਂ। ਮੈਂ ਹੁਣੇ ਕਿਸੇ ਨਾਲ ਗੱਲ ਕਰ ਰਿਹਾ ਸੀ, ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਵੀ ਅੰਗਰੇਜ਼ ਵੀ ਇੱਥੇ ਆਉਂਦੇ ਨੇ ਜਾਂ ਇੰਡੀਆ ਦੇ ਅਲੱਗ-ਅਲੱਗ ਕੋਨੇ ਤੋਂ ਵੀ ਆਉਂਦੇ ਨੇ, ਕਹਿੰਦੇ ਵੀ ਇੱਥੇ ਆ ਕੇ ਕਈ ਬੰਦੇ ਰੋ ਵੀ ਪੈਂਦੇ ਨੇ ਤਸਵੀਰਾਂ ਦੇਖ ਕੇ। ਗੱਲ ਸਹੀ ਹੈ? ਬਿਲਕੁਲ ਜੀ, ਬਿਲਕੁਲ। ਕਿਉਂਕਿ ਦੇਖੋ ਜਦੋਂ ਹਿਸਟਰੀ ਦੇਖਦੇ ਆ, ਹੁਣ ਸਿਗਨਲਮੈਨ ਗੁਰਮੁਖ ਸਿੰਘ 23 ਸਾਲ ਦਾ ਜਵਾਨ ਹੈ ਨਾ, 23 ਸਾਲ ਦਾ ਇੱਕ ਨੌਜਵਾਨ ਮੁਸ਼ਫਟ ਗੱਭਰੂ ਹੈ ਨਾ, ਔਰ ਉਸ ਨੇ ਇਕੱਲੇ ਨੇ ਲਾਸਟ ਟਾਈਮ ਜੋ ਹਿਸਟਰੀ ਬੋਲਦੀ, ਸਾਡੀ ਆਰਮੀ ਦੀ ਹਿਸਟਰੀ ਕਹਿੰਦੀ 3:30 ਵਜੇ ਸਿਗਨਲਮੈਨ ਗੁਰਮੁਖ ਸਿੰਘ ਰਾਈਫਲ ਉਠਾਉਂਦਾ, 4:30 ਵਜੇ ਤੱਕ ਲਾਸਟ ਫਾਇਰ ਹੁੰਦਾ। 1 ਘੰਟਾ ਇੱਕ 23 ਸਾਲ ਦਾ ਨੌਜਵਾਨ ਜਿਹੜਾ ਹੈ ਲੜਦਾ ਔਰ ਗੜੀ ਨੂੰ ਅੱਗ ਲੱਗ ਗਈ, ਉਸ ਨੂੰ ਵੀ ਅੱਗ ਲੱਗ ਗਈ। ਉਹ ਬੰਦਾ ਸੜਦਾ ਵੀ ਰਿਹਾ ਤੇ ਲੜਦਾ ਵੀ ਰਿਹਾ। ਤੇ ਜਦੋਂ ਆਪਾਂ ਇਸ ਤਰ੍ਹਾਂ ਦੀ ਹਿਸਟਰੀ ਕੋਈ ਪੜ੍ਹਦਾ ਹੈ, ਸੁਣਦਾ ਹੈ, ਕਿਉਂਕਿ ਅਸੀਂ ਪੱਥਰ ਹੋ ਚੁੱਕੇ ਹਾਂ। ਕਿਉਂਕਿ ਸਾਡੇ ਵਾਸਤੇ ਨੋਰਮਲ ਜਿਹਾ ਗੱਲਾਂ ਹੋ ਗਈਆਂ ਵੀ ਅਸੀਂ ਤਾਂ ਮਰਦੇ ਹੀ ਰਹੇ ਹਾਂ, ਸਾਡੇ ਪਿਓ ਦਾਦੇ ਵੀ ਮਰਦੇ ਰਹੇ ਹਨ। ਜਦੋਂ ਕੋਈ ਅਨਨੋਨ ਜਿਹੜਾ ਬੰਦਾ ਸਿੱਖਾਂ ਨੂੰ ਨਹੀਂ ਜਾਣਦਾ, ਜਦੋਂ ਉਹ ਹਿਸਟਰੀ ਦੇਖਦਾ ਹੈ ਤਾਂ ਉਹਦੇ ਲੂਹ ਕੰਡੇ ਖੜੇ ਹੋ ਜਾਂਦੇ ਆ ਕਿ ਇਹ ਵੀ ਹੋ ਸਕਦਾ ਕਿ ਇੱਕ ਬੰਦਾ ਹਜ਼ਾਰਾਂ ਬੰਦਿਆਂ ਨਾਲ 1 ਘੰਟਾ ਲੜਦਾ ਰਿਹਾ ਔਰ ਔਨ ਰਿਕਾਰਡ 1-1 ਮਿੰਟ ਦਾ ਰਿਕਾਰਡ ਹੈ ਉਸ ਚੀਜ਼ ਦਾ। ਆਂਦੇ ਇੰਡੀਆ 'ਚ ਪੁੱਛਦੇ ਨੇ ਕਈ ਬੰਦੇ ਅਲੱਗ-ਅਲੱਗ ਕੋਨੇ 'ਚ, ਵਿਦੇਸ਼ਾਂ ਦੇ ਵਿੱਚੋਂ, ਐਵੇਂ ਕਿਵੇਂ ਹੋ ਸਕਦਾ? ਹਾਂਜੀ ਬਿਲਕੁਲ ਜੀ, ਬਿਲਕੁਲ। ਬੰਦੇ ਮਤਲਬ ਕਿ ਇੱਥੇ ਖੜੇ ਇਸ ਤਰ੍ਹਾਂ ਹੋ ਜਾਂਦੇ ਆ ਕਿ ਹੈ ਇਸ ਤਰ੍ਹਾਂ ਹੋਇਆ, ਔਰ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਪਤਾ ਨਹੀਂ। ਸਾਡੇ ਇੰਡੀਅਨਸ ਦੀ ਐਡੀ ਵੱਡੀ ਹਿਸਟਰੀ ਆ, ਔਰ ਕਈ ਵਾਰ ਰੋਣਾ
ਇਸ ਕਰਕੇ ਇਮੋਸ਼ਨ ਹੋ ਕੇ ਲੋਕ ਰੋ ਲੈਂਦੇ ਨੇ ਕਿ ਵਿਚਾਰਾ ਵੀ ਅਨਮੈਰਿਡ ਸੀ 23 ਸਾਲ ਦਾ ਮੁੰਡਾ ਵੇਖੋ ਸ਼ਹੀਦ ਹੋ ਗਿਆ। ਪਰ ਕੋਈ ਲੋਕ ਇਸ ਕਰਕੇ ਵੀ ਰੋਂਦੇ ਨੇ ਜਿਹੜੇ ਅੰਦਰੋਂ ਸੱਚੇ ਸੁੱਚੇ ਹੁੰਦੇ ਉਹ ਇਸ ਕਰਕੇ ਰੋਂਦੇ ਕਿ ਅਸੀਂ ਕਿੰਨੇ ਬੇਵਕੂਫ ਹਾਂ, ਸਾਡੇ ਇੰਡੀਅਨ ਦੀ ਐਡੀ ਵੱਡੀ ਹਿਸਟਰੀ ਔਰ ਸਾਨੂੰ ਅਜੇ ਤੱਕ ਪਤਾ ਨਹੀਂ ਸੀ। ਉਹ ਮਿਹਰਬਾਨੀ ਤੁਸੀਂ ਸਮਾਂ ਦਿੱਤਾ। ਇਹ ਸਨ ਭਾਈ ਸਾਹਿਬ ਸਾਡੇ ਨਾਲ ਜੋ ਕਿ ਗੁਰਦੁਆਰੇ ਦੇ ਵਿੱਚ ਦੇਖ ਰੇਖ ਕਰਦੇ ਨੇ। ਇਹ ਇਤਿਹਾਸ ਹੈ ਜੋ ਅੱਜ ਵੀ ਕਈ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ, ਜਾਂ ਖੁਦ ਕਹਿੰਦੇ ਨੇ ਬਾਬਾ ਜੀ ਇਤਿਹਾਸ ਪੁੱਛਦੇ ਨੇ, ਜੋ ਇਹ ਦੱਸਦੇ ਨੇ ਕਥਾ ਕਰਦੇ ਨੇ ਤਾਂ ਉਹਨਾਂ ਦੇ ਅੱਖਾਂ 'ਚ ਹੰਝੂ ਹੁੰਦੇ ਨੇ। ਹੰਝੂ ਇਸ ਕਰਕੇ ਹੁੰਦੇ ਨੇ ਵੀ ਸਾਨੂੰ ਸਾਡਾ ਇਤਿਹਾਸ ਨਹੀਂ ਪਤਾ। ਕਈ ਤਾਂ ਇਸ ਸ਼ਹਿਰ ਦੇ ਫਿਰੋਜ਼ਪੁਰ ਦੇ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਵਿੱਚੋਂ ਵੀ ਆ ਕੇ ਪੁੱਛਦੇ ਨੇ ਇਤਿਹਾਸ, ਉਹਨਾਂ ਨੂੰ ਵੀ ਨਹੀਂ ਪਤਾ। ਮੂਵੀ ਆਈ, ਮੂਵੀ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ, ਇੱਥੇ ਆਉਣ ਲੱਗ ਪਏ। ਪਰ ਜੇ ਇਤਿਹਾਸ ਤੋਂ ਟੁੱਟ ਜਾਓਗੇ ਫਿਰ ਦੱਸੋਗੇ ਕਿਹਨੂੰ ਜਾ ਕੇ ਅੱਗੇ ਸਾਡਾ ਵਿਰਸਾ ਕੀ ਸੀ? ਜੇ ਇਹ 21 ਸਿੰਘਾਂ ਦੀ ਗਾਥਾ ਕੋਈ ਦੱਸੂਗਾ ਨਹੀਂ, ਪੜ੍ਹਾਊਗਾ ਨਹੀਂ ਉਹ, ਤਾਂ ਫਿਰ ਕੌਣ ਦੱਸੂਗਾ ਸਾਡਾ ਇਤਿਹਾਸ ਕੀ ਸੀ? ਸਵਾਲ ਉਹਨਾਂ ਲੀਡਰਾਂ ਨੂੰ ਵੀ ਨੇ ਤੇ ਸਵਾਲ ਮਾਂ-ਬਾਪ ਨੂੰ ਵੀ ਨੇ ਕਿ ਤੁਸੀਂ ਆਪਦੇ ਬੱਚੇ ਨੂੰ ਦੱਸਿਆ ਵੀ ਸਾਡਾ ਇਤਿਹਾਸ ਕੀ ਸੀ? ਇਹ ਬਾਬਾ ਜੀ ਕਹਿੰਦੇ ਨੇ ਵੀ ਖੁਦ ਇਹਨਾਂ ਦੀ ਮਾਤਾ ਜੀ ਗੋਦੀ 'ਚ ਬਿਠਾ ਕੇ ਇਹਨਾਂ ਨੂੰ ਇਤਿਹਾਸ ਦੱਸਦੇ ਸੀ ਕਿ ਅੱਜ ਦੀ ਮਾਂ ਗੋਦੀ 'ਚ ਬਿਠਾ ਕੇ ਬੱਚੇ ਨੂੰ ਇਤਿਹਾਸ ਦੱਸਦੀ ਹੈ। ਇਹ ਸਭ ਤੋਂ ਅਹਿਮ ਸਵਾਲ ਹੈ। ਜੇ ਇਤਿਹਾਸ ਨਹੀਂ ਰਿਹਾ ਕੱਲ੍ਹ ਨੂੰ ਇਹ ਜ਼ਮੀਨਾਂ ਵੀ ਜਾਂਦੀਆਂ ਲੱਗਦੀਆਂ ਨੇ, ਜਿਸ ਕਰਕੇ ਕਿਸਾਨੀ ਅੰਦੋਲਨ ਚੱਲਦਾ ਪਿਆ। ਅੱਜ ਬੜੇ ਗਰਵ ਨਾਲ ਕਹਿੰਦੇ ਆ ਵੀ ਸਾਡਾ ਇਤਿਹਾਸ ਸਰਕਾਰ ਜਾਣ ਲੈਂਦੀ। ਇਤਿਹਾਸ ਲੋਕਾਂ ਨੂੰ ਪਤਾ ਹੈ ਤਾਂ ਹੀ ਉੱਥੇ ਜਾ ਕੇ ਬੈਠੇ ਨੇ ਵੀ ਵਾਪਸ ਆਉਣ ਵਾਲੇ ਨਹੀਂ ਗਏ ਸੀ। ਤੇ ਕਾਸ਼ ਇਹ ਵੀ ਇਤਿਹਾਸ ਹਰ ਇੱਕ ਵਿਅਕਤੀ ਨੂੰ ਪਤਾ ਹੁੰਦਾ, ਹਰ ਇੱਕ ਦੁਨੀਆ ਦੇ ਵਿਅਕਤੀ ਨੂੰ ਪਤਾ ਹੁੰਦਾ। ਪਰ ਅੰਗਰੇਜ਼ ਤਾਂ ਪੜ੍ਹਾ ਨੇ, ਅੰਗਰੇਜ਼ਾਂ ਦੀ ਕਿਤਾਬਾਂ ਦੇ ਵਿੱਚ ਹੈਗਾ, ਪਰ ਸਾਡੀਆਂ ਕਿਤਾਬਾਂ ਵਿੱਚ ਨਹੀਂ ਹੈਗਾ। ਦੁਖਾਂਤ ਸਭ ਤੋਂ ਵੱਡਾ ਇਹੀ ਹੈ। ਤਾਂ ਸਵਾਲ ਕਰਿਆ ਕਰੋ ਲੀਡਰਾਂ ਨੂੰ ਵੀ ਸਾਡੇ ਇਤਿਹਾਸ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ ਤੁਸੀਂ ਕੀਤਾ ਕੀ ਹੈ? ਜੋ ਕਿ ਵਧੀਆ ਲੀਡਰ ਲੱਭ ਜਾਂਦਾ ਉਹਨੂੰ ਸਵਾਲ ਵੀ ਕਰੋ, ਕੋਈ ਮਾੜਾ ਵੀ ਲੀਡਰ ਹੁੰਦਾ ਉਹਨੂੰ ਵੀ ਸਵਾਲ ਕਰੋ। ਅੱਗੇ ਜਾ ਕੇ ਕੀ ਕਰੋਗੇ, ਉਹ ਪਿੱਛੇ ਜਾ ਕੇ ਤੁਸੀਂ ਕੀ ਕੀਤਾ?